सिफत तुम्हारी आप ले हो तुम कथा सुधारी। मूक उचरै शास्त्र खट पिंग गिरन चढ़ जाय। अंध लखै बदरो सुनै ज्यों काल कृपा कराय। सज्जन सच्चा पातशाह सिर साहांदै साह। जिस पास बैठिया सोहियै सबना दा विसाख। जिस पास बैठिया सोहियै सबना दा विसाख। वाहिगुरु साहिब जी सोरठ महला तीजा। हर
ਹਰ ਜੀਉ ਸਬਦੇ ਜਾਪਦਾ ਭਾਈ, ਪੂਰੇ ਭਾਗ ਮਿਲਾਏ। ਸਦਾ ਸੁਖ ਸੁਹਾਗਣੀ ਭਾਈ, ਅਨ ਦਿਨ ਰਤੀਆ ਰੰਗ ਲਾਏ। ਹਰ ਜੀ ਤੂੰ ਆਪੇ ਰੰਗ ਚੜਾਏ, ਗਾਵਹੋ ਗਾਵਹੋ ਰੰਗ ਰਾਤੇ ਹੋ ਭਾਈ, ਹਰ ਸੇਤੀ ਰੰਗ ਲਾਏ। ਰਹਾਉ। ਸੋਰਠ ਮਹੱਲਾ ਤੀਜਾ। ਹਰ ਜੀਉ ਸਬਦੇ ਜਾਪਦਾ ਭਾਈ, ਪੂਰੇ ਭਾਗ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਅਤੇ ਸਮੇਂ ਤੋਂ ਲਾਹੇ ਪ੍ਰਾਪਤ ਕਰ ਰਹੇ ਹਾਂ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨ ਜੀ ਵੱਲੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ, ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਜੋ ਕਿ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚੋਂ ਆਪ ਜੀ ਨੇ ਸ਼ਬਦ ਨੂੰ ਸਰਵਣ ਕੀਤਾ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਇਹ ਪਿਛਲੇ ਸਮੇਂ ਤੋਂ ਨਗਰਾਂ ਦੇ ਅੰਦਰ ਵਿਚਰ ਕੇ ਹਫ਼ਤੇ ਦੇ ਪ੍ਰੋਗਰਾਮ ਰੱਖ ਕੇ ਨਿਰੋਲ ਗੁਰਬਾਣੀ ਦੀ ਕਥਾ ਵਿਚਾਰ, ਗੁਰਬਾਣੀ ਦਾ ਸਿਧਾਂਤ ਸੰਗਤਾਂ ਦੇ ਨਾਲ ਸਾਂਝਿਆ ਕੀਤਾ ਜਾ ਰਿਹਾ ਹੈ। ਸੋ ਆਪ ਸੰਗਤਾਂ ਦੇ ਉਦਮ ਸਦਕਾ, ਸਤਿਗੁਰਾਂ ਦੀ ਪ੍ਰੇਰਨਾ ਸਦਕਾ ਸਤਿਕਾਰਯੋਗ ਰਾਗੀ ਭਾਈ ਨਛੱਤਰ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ ਕਥਾ ਦੇ ਪ੍ਰੋਗਰਾਮ ਰੱਖੇ ਗਏ ਹਨ। ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਸਮਾਂ ਬਖਸ਼ਿਸ਼ ਕਰਦੇ ਹਨ, ਸਾਰੀਆਂ ਸੰਗਤਾਂ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ,
ਜਿਵੇਂ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਬਚਨ ਕਰਦੇ ਹਨ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵਹਿ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰਕੇ ਐਸੇ ਸੁਭਾਗ ਸਮੇਂ ਬਖਸ਼ਿਸ਼ ਕਰਦਾ ਹੈ ਕਿ ਉਹ ਪ੍ਰਮਾਤਮਾ ਦੀ ਕਥਾ ਵਿਚਾਰ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਸਰਵਣ ਕਰਦੇ, ਉਹ ਗੁਰਦੁਆਰਾ ਸੁਖ ਪਾਵਹਿ। ਉਹ ਗੁਰੂ ਦੇ ਦੁਆਰੇ 'ਤੇ ਪਹੁੰਚ ਕੇ ਸੁਖ ਦੀ ਪ੍ਰਾਪਤੀ ਕਰਦੇ, ਆਤਮਿਕ ਸੁਖ ਪ੍ਰਾਪਤ ਹੁੰਦਾ। ਸਤਿਗੁਰਾਂ ਦੀ ਕਿਰਪਾ ਦੁਆਰਾ ਇਹ ਪਾਵਨ ਪਵਿੱਤਰ ਕਥਾ ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਮਹਾਨ ਪਰਉਪਕਾਰੀ ਸਤਿਗੁਰੂ, ਜਿਨ੍ਹਾਂ ਦੇ ਗੁਣ ਬੇਅੰਤ ਹਨ, ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨਾਂ ਨੇ ਬਾਣੀ ਦੇ ਅੰਦਰ ਜ਼ਿਕਰ ਕਰ ਦਿੱਤਾ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਸੋ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਸਾਨੂੰ ਸੁੰਦਰ ਵਿਚਾਰਾਂ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਰਿ ਜੀ ਤੂੰ ਆਪੇ ਰੰਗ ਚੜਾਏ। ਸਤਿਗੁਰੂ ਜੀ ਇਸ ਰਹਾਉ ਦੀਆਂ ਪੰਕਤੀਆਂ ਅੰਦਰ ਬਚਨ ਕਰਦੇ ਹਨ ਕਿ ਜੋ ਹਰੀ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਹੈ, ਉਹ ਆਪ ਹੀ ਕਿਰਪਾ ਕਰਕੇ ਤੇ ਜਿਹੜਾ ਸਾਡਾ ਮਨ ਰੂਪੀ ਕੱਪੜਾ ਹੈ, ਇਹਨੂੰ ਨਾਮ ਤੇ ਭਗਤੀ ਦੇ ਰੰਗ ਜਿਹੜਾ ਉਹ ਚੜਾਉਂਦਾ ਹੈ। ਜਦੋਂ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਦਾ ਹੈ, ਫਿਰ ਸਾਡੇ ਮਨ ਦੇ ਵਿੱਚ ਪ੍ਰਭੂ ਦੀ ਭਗਤੀ, ਨਾਮ, ਸਿਮਰਨ, ਬੰਦਗੀ, ਇਹ ਚੀਜ਼ਾਂ ਦੇ ਵੱਲ ਮਨ ਜਿਹੜਾ ਉਹ ਉਤਸ਼ਾਹਿਤ ਹੁੰਦਾ। ਮਨ ਦੇ ਅੰਦਰ ਚਾਅ ਪੈਦਾ ਹੁੰਦਾ, ਸ਼ੌਂਕ ਅਵਸਥਾ ਪੈਦਾ ਹੁੰਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਵੇਂ ਕੱਪੜੇ ਨੂੰ ਰੰਗ ਚੜਾਉਣਾ ਹੋਵੇ ਤੇ ਉਹਦੇ ਵਾਸਤੇ ਕੁਝ ਨਿਯਮ ਹੁੰਦੇ ਹੈ, ਉਹਦੇ ਵਾਸਤੇ ਕੁਝ ਅਸੂਲ ਹੁੰਦੇ ਹੈ, ਫਿਰ ਕੱਪੜੇ ਨੂੰ ਰੰਗ ਚੜ੍ਹਦਾ। ਸਭ ਤੋਂ ਪਹਿਲਾ ਅਸੂਲ ਤੇ ਇਹ ਹੈ ਕਿ ਜਿਹੜਾ ਰੰਗ ਚੜ੍ਹਾਉਣ ਵਾਲਾ ਉਹਨੂੰ ਕੱਪੜਾ ਦੇਣਾ ਪੈਂਦਾ। ਜਿੰਨਾ ਚਿਰ ਕੱਪੜਾ ਸਾਡੇ ਕੋਲ ਹੈ, ਅਸੀਂ ਰੰਗ ਚੜ੍ਹਾਉਣ ਵਾਲੇ ਨੂੰ ਕੱਪੜਾ ਨਹੀਂ ਦੇ ਕੇ ਆਉਂਦੇ, ਉਨਾ ਚਿਰ ਰੰਗ ਨਹੀਂ ਚੜ੍ਹਦਾ। ਜਿਵੇਂ ਬਾਜ਼ਾਰ ਦੇ ਅੰਦਰ ਆਪਾਂ ਕੱਪੜਾ ਰੰਗਾਉਣਾ ਹੋਵੇ, ਉਹਨੂੰ ਕੱਪੜਾ ਦੇ ਆਈਦਾ, ਫਿਰ ਉਹ ਰੰਗ ਚੜ੍ਹਾਉਂਦਾ। ਫਿਰ ਉਹ ਮਿੱਟੀ ਦੇ ਵਿੱਚ ਪਾ ਕੇ ਤੇ ਪੱਕੇ ਰੰਗ ਜਿਹੜੇ ਆ ਉਹ ਚਾੜ੍ਹ ਦਿੰਦਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਜਿਹੜਾ ਸਾਡਾ ਮਨ ਹੈ, ਇਹਨੂੰ ਗੁਰੂ ਦੇ ਅੱਗੇ ਅਰਪਣ ਕਰਨਾ ਪੈਂਦਾ, ਦੇਣਾ ਪੈਂਦਾ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨ ਰੀਠ। ਰੰਗਣ ਕਹਿੰਦੇ ਹਨ ਮਿੱਟੀ ਨੂੰ, ਜਿਸ ਦੇ ਅੰਦਰ ਕੱਪੜਾ ਰੰਗਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਕਾਇਆ ਰੰਗਣ, ਇਹ ਜਿਹੜੀ ਕਾਇਆ ਸਰੀਰ ਹੈ, ਇਹ ਇੱਕ ਮਿੱਟੀ ਹੈ। ਇਹਦੇ ਵਿੱਚ ਜਿਹੜਾ ਮਨ ਰੂਪੀ ਸਾਡਾ ਕੱਪੜਾ ਪਾਇਆ ਹੋਇਆ। ਪਾਈਐ ਨਾਉ ਮਜੀਠ, ਤੇ ਉਹਨੂੰ ਮਨ ਰੂਪੀ ਕੱਪੜੇ ਨੂੰ ਰੰਗ ਕਾਹਦਾ ਚੜ੍ਹਾਉਣਾ ਹੈ? ਨਾਮ ਦਾ। ਨਾਮ ਦਾ ਰੰਗ ਹੈ ਮਜੀਠੀ ਰੰਗ, ਜਿਹੜਾ ਪੱਕਾ ਰੰਗ ਹੈ, ਜਿਹੜਾ ਲਹਿੰਦਾ ਨਹੀਂ ਕਦੇ।
ਕੱਚੇ ਰੰਗ ਜਿਹੜੇ ਹੁੰਦੇ ਆ ਧੁੱਪ ਪੈਣ 'ਤੇ ਉੱਡ ਜਾਂਦੇ ਹੈ, ਡੱਬ ਪੈ ਜਾਂਦੇ ਹੈ, ਕੱਪੜਾ ਜਿਹੜਾ ਉਹ ਵੀ ਨਹੀਂ ਸੋਹਣਾ ਲੱਗਦਾ। ਇਸੇ ਤਰ੍ਹਾਂ ਹੀ ਜਿਹੜੇ ਸੰਸਾਰ ਦੇ ਰੰਗ ਹਨ, ਸੰਸਾਰੀ ਮਾਇਆ ਦੇ ਰੰਗ ਹਨ, ਸੁੱਖਾਂ ਦੇ ਰੰਗ ਹਨ, ਇਹ ਜਦੋਂ ਧੁੱਪ ਪੈਂਦੀ ਹੈ ਪਰਾਲਬਧ ਦੀ, ਜਿੰਨਾ ਕੁ ਕਰਮਾਂ 'ਚ ਸੁੱਖ ਹੁੰਦਾ ਉਦੋਂ ਬਾਅਦ ਡੱਬ ਪੈ ਜਾਂਦੇ ਹੈ। ਫਿਰ ਇਨਸਾਨ ਦੇ ਜੀਵਨ ਦੇ ਅੰਦਰ ਉਹੀ ਹਾਲਤ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਪਾਈਐ ਨਾਉ ਮਜੀਠ, ਪਰਮੇਸ਼ਰ ਦਾ ਜਿਹੜਾ ਮਜੀਠੀ ਰੰਗ ਹੈ ਉਹ ਹੈ ਨਾਮ, ਉਹਨੂੰ ਪਾਈਏ। ਜੇ ਉਹ ਨਾਮ ਪਰਮੇਸ਼ਰ ਦਾ ਸਾਡੇ ਮਨ ਦੇ ਵਿੱਚ ਪੈ ਜਾਏ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਸਤਿਗੁਰੂ ਜੀ ਕਹਿੰਦੇ ਐਸਾ ਰੰਗ ਚੜ੍ਹਦਾ, ਫਿਰ ਉਸ ਰੰਗ ਵਰਗਾ ਹੋਰ ਕੋਈ ਵੀ ਰੰਗ ਦੁਨੀਆ ਦੇ ਅੰਦਰ ਦੇਖਣ ਨੂੰ ਨਹੀਂ ਮਿਲਦਾ। ਇਸ ਪ੍ਰਕਾਰ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ, ਨਾਮ ਦੀ ਦਾਤ ਦੀ ਬਾਬਤ ਸਤਿਗੁਰੂ ਜੀ ਵਿਚਾਰਾਂ ਦੀ ਬਖਸ਼ਿਸ਼ ਕਰ ਰਹੇ ਹਨ। ਸੋ ਆਓ ਮੁੱਢ ਤੋਂ ਲਾ ਕੇ ਸ਼ਬਦ ਦੀ ਕਥਾ ਵਿਚਾਰ ਆਪਾਂ ਰਲ ਮਿਲ ਕੇ ਸਰਵਣ ਕਰਨ ਦੇ ਯਤਨ ਕਰੀਏ। ਸਾਰੀ ਸੰਗਤ ਇੱਕ ਵਾਰੀ ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਹਰਿ ਜੀਉ ਸਬਦੇ ਜਾਪਦਾ ਭਾਈ, ਪੂਰੇ ਭਾਗ ਮਿਲਾਏ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੋਰਠ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਹਰੀ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਸਬਦੇ ਜਾਪਦਾ ਭਾਈ। ਹੇ ਭਾਈ, ਹੇ ਭਰਾਵਾ, ਉਹ ਸ਼ਬਦ ਦੁਆਰਾ ਜਾਪਦਾ ਕਹੀਏ ਜਾਣਿਆ ਜਾਂਦਾ ਹੈ, ਕਿਉਂਕਿ ਸ਼ਬਦ ਦਾ ਅਰਥ ਹੁੰਦਾ ਹੈ ਬ੍ਰਹਮ, ਸ਼ਬਦ ਦਾ ਅਰਥ ਹੁੰਦਾ ਉਪਦੇਸ਼, ਸ਼ਬਦ ਦਾ ਅਰਥ ਹੁੰਦਾ ਸਿੱਖਿਆ। ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਇਹ ਅਰਥਾਂ ਦੇ ਰੂਪ ਦੇ ਵਿੱਚ ਸ਼ਬਦ ਜਿਹੜਾ ਇਹ ਲਫ਼ਜ਼ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਸ਼ਬਦ ਕਿੱਥੋਂ ਪ੍ਰਾਪਤ ਹੁੰਦਾ ਹੈ? ਗੁਰੂ ਦੇ ਪਾਸੋਂ। ਜਦੋਂ ਗੁਰੂ ਸ਼ਬਦ ਬਖਸ਼ਿਸ਼ ਕਰਦਾ ਹੈ, ਉਸ ਸ਼ਬਦ ਦੇ ਅੰਦਰ ਕੀ ਹੁੰਦਾ? ਉਪਦੇਸ਼, ਸਿੱਖਿਆ ਹੁੰਦੀ ਹੈ। ਸਿੱਖਿਆ ਕਾਹਦੀ ਹੁੰਦੀ ਹੈ? ਬ੍ਰਹਮ ਦੀ, ਪ੍ਰਮਾਤਮਾ ਦੀ। ਇਸ ਕਰਕੇ ਉਹ ਜਿਹੜਾ ਸ਼ਬਦ ਹੈ ਗੁਰਬਾਣੀ ਦਾ, ਉਸ ਸ਼ਬਦ ਨੂੰ, ਉਸ ਵਿਚਾਰ ਨੂੰ ਜਦੋਂ ਜੀਵ ਹਿਰਦੇ ਦੇ ਅੰਦਰ ਧਾਰਨ ਕਰਦਾ ਹੈ ਤੇ ਫਿਰ ਉਹ ਪ੍ਰਭੂ ਪਰਮੇਸ਼ਰ ਜਾਪਦਾ, ਉਸ ਨੂੰ ਜਾਣਨ ਵਾਲਾ ਇਹਦਾ ਮਨ ਬਣ ਜਾਂਦਾ। ਪਰ ਸਤਿਗੁਰੂ ਜੀ ਕਹਿੰਦੇ ਇਹ ਦਾਤ ਕਿਵੇਂ ਪ੍ਰਾਪਤ ਹੁੰਦੀ ਹੈ? ਪੂਰੇ ਭਾਗ ਮਿਲਾਏ। ਜਿਨ੍ਹਾਂ ਦੇ ਪੂਰਨ ਭਾਗ ਹੁੰਦੇ ਹੈ ਉਹਨਾਂ ਨੂੰ ਪੂਰੇ ਗੁਰੂ ਦਾ ਮਿਲਾਪ ਹੁੰਦਾ। ਕਲਯੁਗ ਦੇ ਸਮੇਂ ਦੇ ਅੰਦਰ ਜਿਹਦਾ ਪੰਜਾਬ ਦੀ ਧਰਤੀ ਦਾ ਜਨਮ ਹੋਵੇ, ਸਿੱਖਾਂ ਦੇ ਘਰਾਂ ਦਾ ਜਨਮ ਹੋਵੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗਾ ਗੁਰੂ ਹੋਵੇ, ਉਦੋਂ ਵੱਧ ਕੇ ਉੱਤਮ ਭਾਗ ਹੋਰ ਕਿਸੇ ਦੇ ਵੀ ਨਹੀਂ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਦੇ ਐਸੇ ਭਾਗ ਹਨ ਉਹਨਾਂ ਨੂੰ ਪੂਰੇ ਗੁਰੂ ਦਾ ਉਪਦੇਸ਼ ਸ਼ਬਦ ਪ੍ਰਾਪਤ ਹੁੰਦਾ, ਜਿਸ ਰਾਹੀਂ ਉਹ ਪ੍ਰਭੂ ਪਰਮੇਸ਼ਰ ਨੂੰ ਜਾਣ ਲੈਂਦੇ ਹਨ। ਸਦਾ ਸੁਖ ਸੁਹਾਗਣੀ ਭਾਈ, ਅਨ ਦਿਨ ਰਤੀਆ ਰੰਗ ਲਾਏ। ਸਤਿਗੁਰੂ ਜੀ ਕਹਿੰਦੇ ਹੇ ਭਾਈ, ਹੇ ਭਰਾਵਾ, ਜਿਵੇਂ ਇੱਕ ਸੁਹਾਗਵਾਨ ਇਸਤਰੀ ਹੁੰਦੀ ਹੈ, ਉਹਨੂੰ ਆਪਣੇ ਜੀਵਨ ਦੇ ਅੰਦਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਉਹ ਦਿਨੇ ਰਾਤ ਰੰਗ ਦੇ ਵਿੱਚ, ਪ੍ਰੇਮ ਦੇ ਵਿੱਚ ਰਤੀ ਰਹਿੰਦੀ ਹੈ। ਆਪਣੇ ਪਤੀ ਦੀ ਆਗਿਆ ਦੇ ਵਿੱਚ, ਉਹਦੀ ਸੇਵਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਰਹਿ ਕੇ ਉਹ ਸੁੱਖ ਪ੍ਰਾਪਤ ਕਰਦੀ ਹੈ, ਖੁਸ਼ੀਆਂ ਪ੍ਰਾਪਤ ਕਰਦੀ ਹੈ।
ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਜਿਹੜੀ ਜੀਵ ਰੂਪ ਇਸਤਰੀ ਪ੍ਰਭੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿ ਕੇ ਉਹਦੇ ਆਗਿਆ ਨੂੰ ਮੰਨ ਕੇ ਉਪਦੇਸ਼ਾਂ ਨੂੰ ਕਮਾਉਂਦੀ ਹੈ, ਉਹਨੂੰ ਅਨਦਿਨ ਰਤੀ ਆ ਦਿਨੇ ਰਾਤ ਨਾਮ ਦਾ ਰੰਗ ਜਿਹੜਾ ਇਹ ਲੱਗਾ ਰਹਿੰਦਾ ਹੈ। ਹਰ ਜੀ ਤੂੰ ਆਪੇ ਰੰਗ ਚੜਾਏ। ਸਤਿਗੁਰੂ ਜੀ ਕਹਿੰਦੇ ਇਹ ਹਰੀ ਪਰਮੇਸ਼ਰ ਦੇ ਨਾਮ ਦਾ ਰੰਗ ਉਹ ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਚੜਾਉਂਦਾ ਹੈ, ਕਿਉਂਕਿ ਮਨ ਦੇ ਉੱਤੇ ਪਹਿਲਾਂ ਬਹੁਤ ਰੰਗ ਜਿਹੜੇ ਚੜ੍ਹੇ ਹੁੰਦੇ, ਮਨ ਦੇ ਉੱਤੇ ਮੈਲ ਜਿਹੜੀ ਉਹ ਚੜ੍ਹੀ ਹੁੰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਜਿਵੇਂ ਕਾਲਾ ਕੱਪੜਾ ਹੋਵੇ ਉਹਦੇ 'ਤੇ ਰੰਗ ਨਹੀਂ ਚੜ੍ਹਦਾ, ਜਿਵੇਂ ਉਹਨੂੰ ਪਹਿਲਾਂ ਧੋਤਾ ਜਾਂਦਾ, ਸਾਫ਼ ਕੀਤਾ ਜਾਂਦਾ, ਉੱਜਲ ਕੀਤਾ ਜਾਂਦਾ, ਜਦੋਂ ਸਾਫ਼ ਸੁਥਰਾ ਕੱਪੜਾ ਹੋ ਜਾਏ ਫਿਰ ਉਹਦੇ 'ਤੇ ਰੰਗ ਚੜ੍ਹਾਈਏ ਤੇ ਚੜ੍ਹ ਜਾਂਦਾ। ਗੁਰੂ ਸਾਹਿਬ ਮਹਾਰਾਜ ਕੀ ਕਰਦੇ ਹਨ, ਸਤਿਗੁਰਾਂ ਦੀ ਪਾਵਨ ਬਾਣੀ ਕੀ ਕਰਦੀ ਹੈ, ਇਹ ਸਾਡੇ ਮਨ ਦੇ ਵਿੱਚੋਂ ਪਹਿਲਾਂ ਮਨ ਨੂੰ ਸ਼ੁੱਧ ਕਰਦੀ ਹੈ। ਜਿਵੇਂ ਜਪਜੀ ਸਾਹਿਬ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਮੱਤ ਹੈ ਸਾਡੀ ਉਹ ਪਾਪਾਂ ਕਰਕੇ, ਕੀਤੇ ਹੋਏ ਕਰਮਾਂ ਕਰਕੇ ਮਨ ਜਿਹੜਾ ਉਹ ਮੈਲਾ ਹੋ ਜਾਂਦਾ। ਪਰ ਪਰਮੇਸ਼ਰ ਦਾ ਨਾਮ ਗੁਰੂ ਕੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ ਗੁਰੂ ਘਰੇ ਆ ਕੇ, ਇਹਦੇ ਦੁਆਰਾ ਸਾਡੇ ਮਨ ਦੇ ਵਿੱਚੋਂ ਮੈਲ ਜਿਹੜੀ ਹੈ ਉਹ ਲੈਣੀ ਸ਼ੁਰੂ ਹੋ ਜਾਂਦੀ। ਅਤੇ ਸਤਿਗੁਰੂ ਜੀ ਕਹਿੰਦੇ ਹੌਲੇ ਹੌਲੇ ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ। ਰੰਗ ਜਦੋਂ ਲੱਗਦਾ ਉਹ ਹੌਲੀ ਹੌਲੀ ਲੱਗਦਿਆਂ ਲੱਗਦਿਆਂ ਪੂਰਾ ਕੱਪੜਾ ਜਿਹੜਾ ਉਹ ਰੰਗ ਚੜ੍ਹ ਜਾਂਦਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਹਰ ਜੀ ਤੂੰ ਆਪੇ ਰੰਗ ਚੜ੍ਹਾਏ, ਕਿ ਹੇ ਹਰੀ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਤੂੰ ਆਪ ਹੀ ਕਿਰਪਾ ਕਰਕੇ ਆਪਣੇ ਨਾਮ ਦਾ ਰੰਗ ਜਿਹੜਾ ਉਹ ਸਾਡੇ ਮਨਾਂ 'ਤੇ ਚੜ੍ਹਾਉਣਾ ਹੈ। ਗਾਵੋ ਗਾਵੋ ਰੰਗ ਰਾਤੇ ਹੋ ਭਾਈ, ਹਰ ਸੇਤੀ ਰੰਗ ਲਾਏ ਰਹਾਉ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਅੱਗੇ ਬਚਨ ਕਰਦੇ ਹਨ, ਗਾਵੋ ਗਾਵੋ। ਐਸੇ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਹੇ ਭਾਈ ਹੇ ਜੀਵ ਗਾਉਣਾ ਕਰ। ਅਤੇ ਗਾ ਵੀ ਫਿਰ ਰੰਗ ਪ੍ਰੇਮ ਦੇ ਸਹਿਤ ਰਾਤੇ ਹੋ ਪੂਰਾ ਭਿੱਜ ਕੇ, ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਵੋ। ਜਦੋਂ ਮਨ ਦੇ ਵਿੱਚ ਕੋਈ ਪ੍ਰੇਮ ਰੱਖ ਕੇ, ਸ਼ਰਧਾ ਅਤੇ ਵਿਸ਼ਵਾਸ ਰੱਖ ਕੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਨੂੰ ਗਾਉਂਦਾ ਹੈ ਅਤੇ ਪੂਰਾ ਭਿੱਜ ਕੇ ਅੰਦਰੋਂ ਗਾਉਂਦਾ ਹੈ, ਫਿਰ ਸਤਿਗੁਰੂ ਜੀ ਕਹਿੰਦੇ ਹਰ ਸੇਤੀ ਰੰਗ ਲਾਏ। ਫਿਰ ਉਹ ਹਰੀ ਪ੍ਰਮਾਤਮਾ ਪਰਮੇਸ਼ਰ ਦੇ ਨਾਲ ਉਹਦਾ ਮਨ ਜਿਹੜਾ ਉਹ ਰੰਗਿਆ ਜਾਂਦਾ, ਮਿਲ ਜਾਂਦਾ ਹੈ। ਗੁਰ ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿੱਤ ਲਾਏ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ ਬੜੀ ਭਾਰੀ ਸੇਵਾ ਕੀਤੀ ਹੈ। 12 ਸਾਲ ਸਤਿਗੁਰਾਂ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ, ਗਾਗਰ ਢੋਣ ਦੀ। ਹਰ ਰੋਜ਼ ਅੰਮ੍ਰਿਤ ਵੇਲੇ ਬਿਆਸਾ ਦਰਿਆ ਤੋਂ ਗਾਗਰ ਭਰ ਕੇ ਆਉਂਦੇ ਅਤੇ ਸਤਿਗੁਰਾਂ ਦੇ ਇਸ਼ਨਾਨ ਦੀ ਸੇਵਾ ਕਰਾਉਂਦੇ। 12 ਸਾਲ ਲਗਾਤਾਰ ਅਤੇ ਵਡੇਰੀ ਉਮਰ ਦੇ ਅੰਦਰ, ਅਤੇ 12 ਸਾਲਾਂ ਦੇ ਵਿੱਚ 12 ਹੀ ਬਖਸ਼ਿਸ਼ਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ 'ਤੇ ਕੀਤੀਆਂ। ਅਤੇ ਸਤਿਗੁਰਾਂ ਦੀ ਜਿੰਨੀ ਬਾਣੀ ਆਪਾਂ ਪੜ੍ਹਦੇ ਹਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ, ਸਾਰੀ ਬਾਣੀ ਦੇ ਅੰਦਰ ਹੀ ਗੁਰੂ ਦੀ ਸੇਵਾ ਦਾ ਮਹਾਤਮ ਹੈ। ਸਤਿਗੁਰਾਂ ਦੀ ਬੇਅੰਤ ਬਾਣੀ ਦੇ ਅੰਦਰ ਸੇਵਾ ਦਾ ਹੀ ਉਪਦੇਸ਼ ਹੈ। ਇੱਥੇ ਵੀ ਸਤਿਗੁਰੂ ਜੀ ਸੇਵਾ ਦਾ ਹੀ ਉਪਦੇਸ਼ ਬਖਸ਼ਿਸ਼ ਕਰਦੇ ਆ, ਪਰ ਨਾਲ ਤਰੀਕਾ ਦੱਸਦੇ ਆ ਕਿ ਸੇਵਾ ਕਰਨੀ ਕਿਵੇਂ ਹੈ। ਸਤਿਗੁਰੂ ਜੀ ਕਹਿੰਦੇ ਗੁਰ ਕੀ ਕਾਰ ਕਮਾਵਣੀ ਭਾਈ, ਹੇ ਭਾਈ ਹੇ ਭਰਾਵਾ ਗੁਰੂ ਕੀ ਸੇਵਾ ਜਿਹੜੀ ਕਾਰ ਹੈ ਉਹਨੂੰ ਕਮਾ। ਉਹਦੇ ਵਾਸਤੇ ਆਪ ਛੋੜ ਚਿੱਤ ਲਾਏ।
ਜਿਹੜਾ ਆਪਣਾ ਆਪਾ ਭਾਵ ਹੁੰਦਾ ਉਹਨੂੰ ਛੱਡ ਕੇ ਆਪਣੇ ਅੰਦਰੋਂ ਹਉਮੈ ਜਿਹੜੀ ਹੈ, ਮੈਂ ਸੇਵਾ ਕਰਦਾ ਹਾਂ, ਮੈਂ ਕਰਦਾ ਹਾਂ, ਇਹਨੂੰ ਛੱਡ ਕੇ, ਇਹਨੂੰ ਤਿਆਗ ਕੇ ਚਿੱਤ ਲਾਏ, ਚਿੱਤ ਨੂੰ ਲਾ ਕੇ, ਚਿੱਤ ਦੀ ਇਕਾਗਰਤਾ ਦੇ ਨਾਲ, ਦਿਲੀ ਪ੍ਰੇਮ ਦੇ ਨਾਲ ਤੂੰ ਗੁਰੂ ਦੀ ਸੇਵਾ ਕਰ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਇੱਥੇ ਤਰੀਕਾ ਸਤਿਗੁਰਾਂ ਨੇ ਦੱਸਿਆ ਕਿ ਚਿੱਤ ਨੂੰ ਲਾ ਕੇ, ਦਿਲੀ ਪ੍ਰੇਮ ਦੇ ਨਾਲ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ, ਹੇ ਭਾਈ ਗੁਰੂ ਕੀ ਸੇਵਾ ਕਮਾਉਣਾ ਕਰ, ਆਪਣੇ ਆਪੇ ਨੂੰ ਛੱਡ ਕੇ ਤੇ ਚਿੱਤ ਨੂੰ ਲਾ ਕੇ। ਸਦਾ ਸਹਿਜ ਫਿਰ ਦੁੱਖ ਨ ਲੱਗਈ ਭਾਈ, ਹਰ ਆਪ ਵਸੈ ਮਨ ਆਏ। ਸਤਿਗੁਰੂ ਜੀ ਕਹਿੰਦੇ ਜੇ ਤੂੰ ਦਿਲ ਦੀ ਭਾਵਨਾ ਦੇ ਨਾਲ ਗੁਰੂ ਦੀ ਸੇਵਾ ਕਰੇ ਤੇ ਕੀ ਪ੍ਰਾਪਤ ਹੁੰਦਾ? ਸਦਾ ਸਹਿਜ, ਜਿਹੜੀ ਸਦਾ ਵਾਸਤੇ ਸਾਡੇ ਮਨ ਦੇ ਅੰਦਰ ਸਹਿਜ ਸ਼ਾਂਤੀ ਬਣੀ ਰਹਿਣੀ, ਉਹ ਪ੍ਰਾਪਤ ਹੁੰਦੀ ਹੈ। ਅਜੋਕੇ ਸਮੇਂ ਦੇ ਅੰਦਰ ਮਨ ਦੀ ਸ਼ਾਂਤੀ ਬੜੀ ਔਖੀ ਲੱਭਦੀ ਹੈ। ਸੰਸਾਰ ਦੇ ਅੰਦਰ ਹਰੇਕ ਮਨੁੱਖ ਦੇ ਅੰਦਰ ਮਨ ਜਿਹੜਾ ਉਹ ਦੁਖੀ ਹੈ। ਇੱਥੋਂ ਤੱਕ ਮਨ ਦੇ ਹਸਪਤਾਲ ਖੁੱਲ੍ਹ ਗਏ ਆ ਮਨੋਵਿਗਿਆਨੀਆਂ ਦੇ, ਕਿ ਮਨ ਨੂੰ ਸ਼ਾਂਤ ਕਿਵੇਂ ਕੀਤਾ ਜਾਏ, ਮਨ ਨੂੰ ਸੁਖੀ ਕਿਵੇਂ ਕੀਤਾ ਜਾਏ। ਪਰ ਸਤਿਗੁਰੂ ਜੀ ਕਹਿੰਦੇ ਜੇ ਤੂੰ ਗੁਰੂ ਦੀ ਸੇਵਾ ਕਰੇ ਸ਼ਰਧਾ ਅਤੇ ਪ੍ਰੇਮ ਦੇ ਨਾਲ, ਫਿਰ ਸਦਾ ਸਹਿਜ, ਤੇਰੇ ਮਨ ਦੇ ਵਿੱਚ ਸਦਾ ਹੀ ਸਹਿਜ ਜਿਹੜੀ ਸ਼ਾਂਤੀ ਹੈ ਉਹ ਬਣੀ ਰਹੇਗੀ। ਫਿਰ ਦੁੱਖ ਨਾ ਲੱਗੀ, ਫਿਰ ਤੈਨੂੰ ਦੁੱਖ ਜਿਹੜਾ ਮਨ ਤੇਰਾ ਥੋੜ੍ਹੇ ਸਮੇਂ 'ਤੇ ਥੋੜ੍ਹੀ ਜਿਹੀ ਗੱਲ 'ਤੇ ਦੁਖੀ ਹੋ ਜਾਂਦਾ, ਕ੍ਰੋਧੀ ਹੋ ਜਾਂਦਾ, ਲੋਭੀ ਹੋ ਜਾਂਦਾ, ਤ੍ਰਿਸ਼ਨਾ ਦੇ ਵਿੱਚ ਆ ਜਾਂਦਾ, ਇਸੇ ਪ੍ਰਕਾਰ ਈਰਖਾ ਦੇ ਵਿੱਚ ਆ ਜਾਂਦਾ, ਨਫ਼ਰਤ ਦੇ ਵਿੱਚ ਆ ਜਾਂਦਾ। ਇਹ ਜਿਹੜੇ ਦੁੱਖ ਹਨ ਸਾਰੇ ਤੇਰੇ ਮਨ ਦੇ ਵਿੱਚੋਂ ਦੂਰ ਹੋ ਜਾਣਗੇ। ਹਰ ਆਪ ਵਸੈ ਮਨ ਆਏ, ਕਿ ਉਹ ਹਰੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਆਪ ਆ ਕੇ ਤੇਰੇ ਮਨ ਦੇ ਵਿੱਚ ਵਸ ਜਾਏਗਾ। ਐਸਾ ਮਹਾਤਮ ਹੈ ਗੁਰੂ ਦੀ ਸੇਵਾ ਕਰਨ ਦਾ। ਜਿਨ੍ਹਾਂ ਨੇ ਵੀ ਗੁਰੂ ਕੀ ਸੇਵਾ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਕੀਤੀ, ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਭਾਈ ਮੰਝ ਜੀ ਦੀ ਕਥਾ ਆਉਂਦੀ ਹੈ, ਅਤੇ ਭਾਈ ਮੰਝ ਜੀ ਨੇ ਗੁਰੂ ਕੇ ਲੰਗਰ ਦੇ ਵਾਸਤੇ ਬਾਲਣ ਢੋਣ ਦੀ ਸੇਵਾ ਕੀਤੀ। ਜੰਗਲਾਂ ਦੇ ਵਿੱਚ ਜਾਣਾ, ਸੁੱਕੀਆਂ ਲੱਕੜਾਂ ਜਿਹੜੀਆਂ ਉਹਨਾਂ ਨੂੰ ਇਕੱਠੀਆਂ ਕਰਨਾ ਅਤੇ ਗੁਰੂ ਕੇ ਲੰਗਰ ਦੇ ਵਿੱਚ ਲਿਆ ਕੇ ਹਾਜ਼ਰ ਕਰਨੀਆਂ। ਬੜੀ ਅਣਥੱਕ ਸੇਵਾ ਕੀਤੀ, ਬੜੀ ਮਿਹਨਤ ਦੇ ਨਾਲ, ਦਿਲੀ ਪ੍ਰੇਮ ਦੇ ਨਾਲ ਸੇਵਾ ਕੀਤੀ। ਅਤੇ ਇੱਕ ਦਿਨ ਕੀ ਹੋਇਆ, ਹਨੇਰੀ ਚੱਲ ਪਈ, ਝੱਖੜ ਚੱਲ ਪਿਆ, ਸਿਰ ਦੇ ਉੱਤੇ ਲੱਕੜਾਂ ਦੀ ਪੰਡ ਹੈ ਸੁੱਕੀਆਂ ਦੀ, ਅਤੇ ਹਨੇਰੀ ਦੇ ਨਾਲ ਪਤਾ ਨਾ ਚੱਲਿਆ ਅਤੇ ਖੂਹ ਦੇ ਵਿੱਚ ਜਾ ਪਏ। ਸਿਰ ਦੇ ਉੱਤੇ ਲੱਕੜਾਂ ਦੀ ਪੰਡ ਹੈ ਅਤੇ ਖੂਹ ਦੇ ਵਿੱਚ, ਪਾਣੀ ਦੇ ਵਿੱਚ ਖੜ੍ਹੇ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸੇ ਸਮੇਂ ਸਿੱਖਾਂ ਨੂੰ ਨਾਲ ਲਿਆ ਕਿ ਚਲੋ ਜੰਗਲ ਦੀ ਤਰਫ। ਜਦੋਂ ਪਹੁੰਚੇ ਤਾਂ ਸਤਿਗੁਰੂ ਜੀ ਕਹਿਣ ਲੱਗੇ ਖੂਹ ਦੇ ਵਿੱਚੋਂ ਪਹਿਲਾਂ ਭਾਈ ਮੰਝ ਜੀ ਨੂੰ ਕੱਢੋ। ਉਸ ਸਮੇਂ ਜਦੋਂ ਭਾਈ ਮੰਝ ਜੀ ਨੇ ਖੂਹ ਦੇ ਵਿੱਚੋਂ ਆਵਾਜ਼ ਦਿੱਤੀ ਕਿ ਮਹਾਰਾਜ ਪਹਿਲਾਂ ਬਾਲਣ ਬਾਹਰ ਪਹੁੰਚਾਓ, ਜਦੋਂ ਖੂਹ ਦੇ ਵਿੱਚੋਂ ਕੱਢਿਆ ਗਿਆ ਭਾਈ ਮੰਝ ਜੀ ਨੂੰ, ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਤੁਹਾਡੀ ਸੇਵਾ ਪੂਰੀ ਹੋ ਗਈ ਹੈ, ਤੁਸੀਂ ਗੁਰੂ ਨਾਨਕ ਦੇ ਦਰ ਘਰ ਤੋਂ ਖੁਸ਼ੀਆਂ ਪ੍ਰਾਪਤ ਕਰ ਲਈਆਂ। ਅਤੇ ਸਤਿਗੁਰਾਂ ਨੇ ਆਪਣੇ ਕੰਠ ਦੇ ਨਾਲ ਲਾ ਕੇ ਇਹ ਬਚਨ ਕੀਤੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਐਸੀ ਮਹਾਨ ਬਖਸ਼ਿਸ਼ ਕੀਤੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੇਵਾ 'ਤੇ ਪ੍ਰਸੰਨ ਹੋ ਕੇ। ਇਸੇ ਪ੍ਰਕਾਰ ਹੀ ਫਿਰ ਸੇਵਾਵਾਂ ਕੀਤੀਆਂ ਬਾਬਾ ਵਿਧੀ ਚੰਦ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ, ਅਤੇ ਉਦੋਂ ਵੀ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਗੁਰੂ ਕਾ ਸੀਨਾ ਹੀ ਸਤਿਗੁਰੂ ਜੀ ਕਹਿੰਦੇ ਤੂੰ ਸਾਡਾ ਹੀ ਰੂਪ ਹੈ। ਇਸ ਕਰਕੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਇੱਥੇ ਬਚਨ ਕਰਦੇ ਹਨ, ਹਰ ਆਪ ਵਸੈ ਮਨ ਆਏ। ਉਹ ਹਰੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਆਪ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਪਿਰ ਕਾ ਹੁਕਮ ਨ ਜਾਣਈ ਭਾਈ, ਸਾ ਕੁਲੱਖਣੀ ਕੁਨਾਰ।
ਸਤਿਗੁਰੂ ਜੀ ਅੱਗੇ ਉਦਾਹਰਨ ਦਿੰਦੇ ਹੈ ਕਿ ਜਿਵੇਂ ਇੱਕ ਸੁਹਾਗਵਾਨ ਇਸਤਰੀ ਹੁੰਦੀ ਹੈ, ਉਹ ਪਤੀ ਦੇ ਹੁਕਮ 'ਚ ਚੱਲ ਕੇ ਸੁੱਖ ਪਾਉਂਦੀ ਹੈ। ਦੂਸਰੇ ਬੰਨੇ ਜਿਹੜੀ ਪਤੀ ਦੀ ਆਗਿਆ ਤੋਂ ਉਲਟ ਚੱਲਦੀ ਹੈ, ਪਤੀ ਦੇ ਹੁਕਮ ਤੋਂ ਉਲਟ ਚੱਲਦੀ ਹੈ, ਉਹਦੇ ਕਹੇ ਦੇ ਵਿੱਚ ਨਹੀਂ ਹੈ, ਉਹਨੂੰ ਸਤਿਗੁਰੂ ਜੀ ਕਹਿੰਦੇ ਜਿਵੇਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਪਿਰ ਕਾ ਹੁਕਮ ਨਾ ਜਾਣੇ, ਪਿਰ ਦਾ ਭਾਵ ਹੁੰਦਾ ਪਤੀ, ਕਿ ਜਿਹੜੀ ਇਸਤਰੀ ਪਤੀ ਦੇ ਹੁਕਮ ਨੂੰ ਕੁਝ ਨਹੀਂ ਜਾਣਦੀ, ਉਹ ਆਪਣੇ ਜੀਵਨ ਦੇ ਅੰਦਰ ਸੁੱਖ ਨਹੀਂ ਪ੍ਰਾਪਤ ਕਰਦੀ। ਇਸੇ ਪ੍ਰਕਾਰ ਹੀ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ, ਉਹ ਸਭ ਦਾ ਪਤੀ ਹੈ, ਸਭ ਦਾ ਮਾਲਕ ਹੈ। ਉਹਦਾ ਹੁਕਮ ਜਿਹੜਾ ਹੈ, ਉਹਨੂੰ ਜਦੋਂ ਆਪਾਂ ਨਹੀਂ ਮੰਨਦੇ, ਉਹਨੂੰ ਛੱਡ ਜਾਂਦੇ ਹਾਂ, ਹੁਕਮ ਤੋਂ ਉਲਟ ਚੱਲਦੇ ਹਾਂ, ਤਾਂ ਸਤਿਗੁਰੂ ਜੀ ਕਹਿੰਦੇ ਸਾ ਕੁਲੱਖਣੀ ਕੁਨਾਰ। ਜਿਵੇਂ ਸਮਾਜ ਦੇ ਅੰਦਰ ਐਸੀ ਇਸਤਰੀ ਨੂੰ ਐਸੇ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਕਿ ਇਹਦੇ ਖੋਟੇ ਲੱਛਣ ਹਨ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਉਹਨਾਂ ਜੀਵਾਂ ਦੇ ਤਾਈਂ ਵੀ ਐਸੇ ਹੀ ਸ਼ਬਦ ਵਰਤੇ ਜਾਂਦੇ ਹੈ, ਐਸੇ ਹੀ ਅਲਫਾਜ਼ ਵਰਤੇ ਜਾਂਦੇ ਹੈ ਕਿ ਇਹਨਾਂ ਦੇ ਕੋਈ ਵੀ ਚੰਗੇ ਲੱਛਣ ਨਹੀਂ ਹਨ। ਇਹਨਾਂ ਦੇ ਅੰਦਰ ਉਹ ਸਤਵੰਤੀਆਂ ਵਾਲੇ ਲੱਛਣ ਨਹੀਂ ਹਨ, ਚੰਗੇ ਮਨੁੱਖਾਂ ਵਾਲੇ ਗੁਣ ਨਹੀਂ ਹਨ। ਸਤਿਗੁਰੂ ਜੀ ਕਹਿੰਦੇ ਉਹ ਆਪਣੇ ਜੀਵਨ ਦੇ ਅੰਦਰ ਲਾਭ ਨਹੀਂ ਪ੍ਰਾਪਤ ਕਰਦੇ। ਮਨ ਹਠ ਕਾਰ ਕਮਾਵਣੀ ਭਾਈ, ਵਿਣ ਨਾਵੈ ਕੂੜਿਆਰ। ਸਤਿਗੁਰੂ ਜੀ ਕਹਿੰਦੇ ਜਿਹੜੇ ਜੀਵ ਸੰਸਾਰ ਦੇ ਅੰਦਰ ਮਨ ਨੂੰ ਹੱਠ ਦੇ ਨਾਲ ਕਾਰ ਕੰਮ ਦੇ ਵਿੱਚ ਲਾਉਂਦੇ, ਵਿਣ ਨਾਵੈ ਕੂੜਿਆਰ। ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਿਨਾਂ ਉਹ ਕੂੜਿਆਰ ਕਹੀਏ ਝੂਠੇ ਹਨ। ਮਨ ਦਾ ਹੱਠ ਜਿਹੜਾ ਇਹ ਬੜਾ ਔਖਾ ਛੱਡਣਾ ਹੈ। ਜਿਵੇਂ ਸਤਿਗੁਰਾਂ ਨੇ ਬਚਨ ਕਹੇ ਹਨ, ਮਨ ਕੀ ਮਤ ਤਿਆਗੋ ਹਰਿ ਜਨ, ਇਹ ਹੈ ਬਾਤ ਕਠਿਨੀ। ਆਪਣੇ ਮਨ ਦੀ ਮਤ ਜਿਹੜੀ ਹੈ ਉਹਨੂੰ ਛੱਡ ਦੇਣਾ, ਮਨ ਦਾ ਹੱਠ ਜਿਹੜਾ, ਮਨ ਦੀ ਜਿੱਦ ਜਿਹੜੀ ਹੈ ਉਹ ਛੱਡ ਦੇਣੀ। ਜਿੰਨਾ ਚਿਰ ਸਤਿਗੁਰੂ ਜੀ ਕਹਿੰਦੇ ਮਨ ਦੇ ਮਗਰ ਲੱਗ ਕੇ ਜੀਵ ਕੋਈ ਵੀ ਕਾਰ ਕੰਮ ਨੂੰ ਕਮਾਉਂਦਾ ਹੈ, ਨਾਮ ਤੋਂ ਬਿਨਾਂ ਕੂੜਿਆਰ, ਉਹ ਸਾਰੇ ਕੰਮ ਵੀ ਉਹਦੇ ਝੂਠੇ ਹੋ ਜਾਂਦੇ ਅਤੇ ਉਹਨੂੰ ਉਹ ਕੰਮਾਂ ਦੇ ਵਿੱਚੋਂ ਕੁਝ ਵੀ ਸੱਚਾਈ, ਕੁਝ ਵੀ ਆਤਮਿਕ ਸੁੱਖ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ। ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ, ਭਾਏ ਸੱਚੈ ਬੈਰਾਗ। ਸਤਿਗੁਰੂ ਜੀ ਕਹਿੰਦੇ ਉਹ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਕੌਣ ਗਾਉਂਦਾ ਹੈ? ਸੇ ਗਾਵਹਿ, ਉਹੀ ਗਾਉਂਦੇ ਹਨ ਜਿਨ ਮਸਤਕ ਭਾਗ ਹੈ ਭਾਈ। ਹੇ ਭਾਈ, ਹੇ ਭਰਾਵਾ, ਜਿਨ੍ਹਾਂ ਦੇ ਮੱਥੇ ਦੇ ਭਾਗ ਜਿਹੜੇ ਉਹ ਉਜਲੇ ਹਨ। ਭਾਏ ਸੱਚੈ ਬੈਰਾਗ, ਫਿਰ ਜਿਨ੍ਹਾਂ ਦੇ ਅੰਦਰ ਸੱਚਾ ਵਿਰਾਗ ਹੈ ਅਤੇ ਭਾਏ ਕਹੀਏ ਪ੍ਰੇਮ ਹੈ। ਕਿਉਂਕਿ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਵਾਸਤੇ ਇੱਕ ਤਾਂ ਸੱਚੇ ਪ੍ਰੇਮ ਦੀ ਲੋੜ ਹੈ, ਇੱਕ ਸੱਚੇ ਵਿਰਾਗ ਦੀ ਲੋੜ ਹੈ। ਕਿਉਂਕਿ ਜਿੰਨਾ ਚਿਰ ਸਾਡੇ ਮਨ ਦੇ ਉੱਤੇ ਸੱਚਾ ਵਿਰਾਗ ਨਹੀਂ ਆਉਂਦਾ ਅਤੇ ਸੱਚਾ ਪ੍ਰੇਮ ਨਹੀਂ ਪੈਦਾ ਹੁੰਦਾ, ਉਨਾ ਚਿਰ ਉਹ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਬੜੀ ਔਖੀ। ਇਹ ਦੋ ਚੀਜ਼ਾਂ ਹਨ ਪ੍ਰਭੂ ਪਰਮੇਸ਼ਰ ਨੂੰ ਚਿੰਤਨ ਕਰਨ ਵਾਸਤੇ, ਇੱਕ ਤਾਂ ਸੱਚਾ ਪ੍ਰੇਮ ਅਤੇ ਦੂਸਰਾ ਸੱਚਾ ਵਿਰਾਗ। ਇਹ ਦੋ ਚੀਜ਼ਾਂ ਦੇ ਨਾਲ ਸਤਿਗੁਰੂ ਜੀ ਕਹਿੰਦੇ ਫਿਰ ਜਿਹੜਾ ਗਾਉਂਦਾ ਹੈ ਪ੍ਰਮਾਤਮਾ ਨੂੰ, ਉਹਦੇ ਭਾਗ ਜਿਹੜੇ ਮੱਥੇ ਦੇ ਉਹ ਉਜਲੇ ਬਣ ਜਾਂਦੇ ਹਨ। ਅਨ ਦਿਨ ਰਾਤੇ ਗੁਣ ਰਵਹਿ ਭਾਈ, ਨਿਰਭਉ ਗੁਰ ਲਿਵ ਲਾਗ। ਸਤਿਗੁਰੂ ਜੀ ਕਹਿੰਦੇ ਹੇ ਭਾਈ, ਹੇ ਭਰਾਵਾ, ਅਨ ਦਿਨ ਰਾਤੇ, ਫਿਰ ਉਹ ਦਿਨੇ ਰਾਤ ਰੰਗੇ ਰਹਿੰਦੇ ਆ ਗੁਣ ਰਵਹਿ। ਫਿਰ ਉਹ ਪ੍ਰਮਾਤਮਾ ਦੇ ਗੁਣ, ਉਹਦੀ ਸਿਫਤ, ਉਹਦੀ ਵਡਿਆਈ ਨੂੰ ਰਵਹਿ ਕਹੀਏ ਉਚਾਰਨ ਕਰਦੇ ਅਤੇ ਉਹਨੂੰ ਉਚਾਰਨ ਕਰਕੇ ਨਿਰਭਉ ਗੁਰ ਲਿਵ ਲਾਗ, ਕਿ ਗੁਰੂ ਕੇ ਨਿਰਭਉ ਸਰੂਪ ਦੇ ਵਿੱਚ ਉਹ ਆਪਣੀ ਲਿਵ ਜਿਹੜੀ ਬਿਰਤੀ ਹੈ ਉਹਨੂੰ ਲਾਉਂਦੇ। ਗੁਰੂ ਕਾ ਸਰੂਪ ਨਿਰਭਉ ਹੈ। ਜਿਵੇਂ ਮੂਲ ਮੰਤਰ ਦੇ ਅੰਦਰ ਸਤਿਗੁਰਾਂ ਨੇ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਹੈ ਕਿ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਜੋਕੇ ਸਮੇਂ ਦੇ ਅੰਦਰ ਆਪਾਂ ਨੂੰ ਆਮ ਵੇਖਣ ਦੇ ਵਿੱਚ ਮਿਲੇਗਾ, ਗੱਡੀਆਂ 'ਤੇ ਮੋਟਰਸਾਈਕਲਾਂ 'ਤੇ ਇਹ ਸ਼ਬਦ ਲਿਖੇ ਹੁੰਦੇ ਆ, ਨਿਰਭਉ ਨਿਰਵੈਰ।
ਪਰ ਸਹੀ ਮਾਇਨਿਆਂ ਦੇ ਵਿੱਚ ਨਿਰਭਉ ਨਿਰਵੈਰ ਕੌਣ ਬਣਦਾ ਹੈ? ਜਿਹਦੇ ਅੰਦਰ ਉਹ ਪ੍ਰਭੂ ਪਰਮੇਸ਼ਰ ਦਾ ਨਾਮ ਵਸਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਨਿਰਭਉ ਨਿਰਵੈਰ ਅਨਦਿਨ ਰਾਤੇ ਗੁਣ ਰਵਹਿ। ਜਿਹੜੇ ਦਿਨੇ ਰਾਤ ਹਰੀ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਦੇ ਹੈ ਅਤੇ ਗੁਰੂ ਦੇ ਵਿੱਚ ਲਿਵ ਲਾ ਕੇ ਰੱਖਦੇ ਹੈ, ਉਹ ਨਿਰਭਉ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਹਨ। ਸਭਨਾ ਮਾਰ ਜੀਵਾਲ ਦਾ ਭਾਈ, ਸੋ ਸੇਵਹੁ ਦਿਨ ਰਾਤ। ਸਤਿਗੁਰੂ ਜੀ ਕਹਿੰਦੇ, ਹੇ ਭਾਈ, ਹੇ ਭਰਾਵਾ, ਜਿਹੜਾ ਪਰਮੇਸ਼ਰ ਵਾਹਿਗੁਰੂ ਸਭ ਨੂੰ ਮਾਰ ਕੇ ਜਿਉਂਦਾ ਕਰ ਦਿੰਦਾ ਹੈ, ਸੋ ਸੇਵ ਹੈ ਦਿਨ ਰਾਤ, ਉਹਦੀ ਸੇਵਾ ਕਰ। ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਪ੍ਰਤੱਖ ਰੂਪ ਦੇ ਅੰਦਰ ਵੀ ਜਦੋਂ ਆਪਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹਦੇ ਹਾਂ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਬੇਅੰਤ ਐਸੀਆਂ ਸਾਖੀਆਂ ਅਤੇ ਘਟਨਾਵਾਂ ਹਨ ਕਿ ਸਤਿਗੁਰਾਂ ਨੇ ਜੀਵਨ ਦਾਨ ਜਿਹੜਾ ਉਹ ਬਖਸ਼ਿਸ਼ ਕੀਤਾ। ਖਾਲਸੇ ਪੰਥ ਦੀ ਸਾਜਨਾ ਹੀ ਸਤਿਗੁਰਾਂ ਨੇ ਇਸ ਕਿਰਿਆ ਦੇ ਵਿੱਚੋਂ ਪ੍ਰਗਟ ਕੀਤੀ। ਇਸੇ ਪ੍ਰਕਾਰ ਹੀ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਮਾਰ ਜੀਵਾਲਦਾ। ਕਿਹੜੀ ਚੀਜ਼ ਨੂੰ ਸਾਡੇ ਅੰਦਰੋਂ ਮਾਰਦਾ ਹੈ ਅਤੇ ਕਿਹੜੀ ਚੀਜ਼ ਨੂੰ ਜਿਉਂਦਿਆਂ ਕਰਦਾ ਹੈ? ਸਾਡੇ ਅੰਦਰੋਂ ਜਿਹੜਾ ਮਨ ਹੈ, ਇਹਨੂੰ ਮਾਰ ਕੇ ਪ੍ਰਭੂ ਪਰਮੇਸ਼ਰ ਦੀ ਬੰਦਗੀ ਵਾਲੇ ਪਾਸੇ ਜਿਉਂਦਾ ਕਰ ਦਿੰਦਾ। ਕਿਉਂਕਿ ਸਾਡਾ ਮਨ ਜਿਹੜਾ ਉਹ ਇਹ ਸੰਸਾਰ ਵਾਲੇ ਪਾਸੇ ਜਿਉਂਦਾ ਹੈ। ਸੰਸਾਰ ਦੀਆਂ ਚੀਜ਼ਾਂ ਦੇ ਨਾਲ ਇਹਦਾ ਪ੍ਰੇਮ ਹੈ, ਇਹਨਾਂ ਦੇ ਨਾਲ ਇਹਦੀ ਲਗਨ ਹੈ, ਇੱਧਰ ਪ੍ਰੀਤੀ ਹੈ, ਇੱਧਰ ਹੀ ਜਿਉਂਦਾ ਹੈ। ਇੱਧਰਲੇ ਪਾਸਿਓਂ ਮਾਰ ਕੇ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਤੇ ਜੀਵਾਲ ਦਾ ਫਿਰ ਨਾਮ ਸੇਵਾ ਸਿਮਰਨ ਇੱਧਰਲੇ ਪਾਸੇ ਜਿਉਂਦਾ ਕਰ ਦਿੰਦਾ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਸ਼ਬਦ ਮਰਹੋ ਫਿਰ ਜੀਵ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਜਿਹੜੇ ਸ਼ਬਦ ਦੇ ਲੜ ਲੱਗ ਕੇ ਆਪਣੇ ਮਨ ਨੂੰ ਮਾਰ ਲੈਂਦੇ ਹੈ, ਉਹ ਸਤਿਗੁਰੂ ਜੀ ਕਹਿੰਦੇ ਸਦਾ ਹੀ ਜਿਉਂਦੇ ਹੈ। ਸੋ ਸੇਵਹੁ ਦਿਨ ਰਾਤ, ਉਹ ਫਿਰ ਦਿਨੇ ਰਾਤ ਉਹ ਸ਼ਬਦ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਨ। ਸੋ ਕਿਉ ਮਨਹੁ ਵਿਸਾਰੀਐ ਭਾਈ, ਜਿਸ ਦੀ ਵੱਡੀ ਹੈ ਦਾਤ। ਸਤਿਗੁਰੂ ਜੀ ਕਹਿੰਦੇ, ਹੇ ਭਰਾਵਾ, ਐਸੇ ਪ੍ਰਭੂ ਪਰਮੇਸ਼ਰ ਨੂੰ ਕਿਉਂ ਆਪਣੇ ਮਨ ਦੇ ਵਿੱਚੋਂ ਤੂੰ ਵਿਸਾਰ ਰਿਹਾ, ਭੁਲਾ ਰਿਹਾ? ਜਿਸ ਦੀ ਵੱਡੀ ਹੈ ਦਾਤ, ਜਿਸ ਪ੍ਰਭੂ ਦੀ ਐਡੀ ਵੱਡੀ ਦਾਤ ਹੈ। ਜੇ ਵਡਿਆਪ ਤੇਵਡ ਤੇਰੀ ਦਾਤ। ਜਿੱਡਾ ਵੱਡਾ ਉਹ ਪ੍ਰਭੂ ਪਰਮੇਸ਼ਰ ਪ੍ਰਮਾਤਮਾ ਹੈ, ਉਹਦੀਆਂ ਵੱਡੀਆਂ ਹੀ ਦਾਤਾਂ ਹਨ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣ ਨਾ ਜਾਏ। ਕਿੱਡੀਆਂ ਵੱਡੀਆਂ ਦਾਤਾਂ ਉਹ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਸਭ ਤੋਂ ਵੱਡੀ ਦਾਤ ਇਹ ਮਨੁੱਖਾ ਸਰੀਰ ਦੀ ਹੈ, ਜਿਹੜੀ ਦਾਤ ਕਿਤੋਂ ਨਹੀਂ ਪ੍ਰਾਪਤ ਹੁੰਦੀ। ਦੂਸਰਾ, ਫਿਰ ਇਹ ਸਰੀਰ ਦੇ ਅੰਦਰ ਜਿੰਨੀਆਂ ਸਾਡੀਆਂ ਇੰਦਰੀਆਂ ਹਨ, ਜਿੰਨੇ ਸਾਡੇ ਕਰਮ ਇੰਦਰੇ, ਗਿਆਨ ਇੰਦਰੇ ਹੈ, ਇਹ ਸਹੀ ਕੰਮ ਕਰ ਰਹੇ ਹੈ, ਇਹ ਉਹਦੇ ਤੋਂ ਵੀ ਵੱਡੀ ਦਾਤ ਹੈ। ਅੱਖਾਂ ਦੀ ਕਿੱਡੀ ਵੱਡੀ ਦਾਤ ਹੈ, ਕਿੰਨਾ ਕੁਝ ਅਸੀਂ ਵੇਖ ਰਹੇ ਹਾਂ। ਕੰਨਾਂ ਦੀ ਦਾਤ ਬਖਸ਼ੀ ਹੈ, ਬਾਣੀ ਸੁਣ ਰਹੇ ਹਾਂ। ਰਸਨਾਂ ਦੀ ਦਾਤ ਬਖਸ਼ੀ ਹੈ, ਨਾਮ ਜਪਣ ਵਾਸਤੇ। ਹੱਥ ਪੈਰ ਉਹਨੇ ਦਿੱਤੇ ਸੇਵਾ ਕਰਨ ਵਾਸਤੇ। ਕਿੱਡੀ ਸੁੰਦਰ ਸਰੀਰ ਦੀ ਰਚਨਾ ਉਹ ਪਰਮੇਸ਼ਰ ਨੇ ਨਾ ਅਸੀਂ ਮੰਗੀ ਸੀ ਅਤੇ ਨਾ ਅਸੀਂ ਇਹ ਇੱਛਾ ਹੀ ਰੱਖੀ ਸੀ। ਉਹਨੇ ਆਪ ਹੀ ਕਿਰਪਾ ਕਰਕੇ ਸਾਨੂੰ ਇਹ ਮਨੁੱਖੀ ਜਾਮਾ ਬਖਸ਼ਿਸ਼ ਕੀਤਾ। ਇਹਨੂੰ ਕਹਿੰਦੇ ਆ ਅਣਮੰਗਿਆ ਦਾਨ ਦੇਵਣਾ। ਇੱਕ ਤਾਂ ਚੀਜ਼ਾਂ ਅਸੀਂ ਜਦੋਂ ਸਰੀਰ ਧਾਰਨ ਕਰ ਲੈਂਦੇ ਹਾਂ, ਫਿਰ ਅਸੀਂ ਇਹ ਸਰੀਰ ਵਾਸਤੇ, ਸੰਸਾਰੀ ਸੁੱਖਾਂ ਵਾਸਤੇ ਅਰਦਾਸਾਂ ਕਰ ਕਰਕੇ ਮੰਗ ਕੇ ਲੈਂਦੇ ਹਾਂ। ਪਰ ਇਹ ਜਿਹੜਾ ਸਰੀਰ ਹੈ, ਇਹ ਤਾਂ ਪਰਮੇਸ਼ਰ ਨੇ ਬਿਨਾਂ ਮੰਗੇ ਹੀ ਦਿੱਤਾ। ਕਿੱਡਾ ਇਹ ਸਵਾਸਾਂ ਦੀ ਪੂੰਜੀ ਦਿੱਤੀ ਹੈ, ਇਹਦਾ ਵੀ ਕੋਈ ਮੁੱਲ ਨਹੀਂ। ਸੰਸਾਰ ਦੇ ਅੰਦਰ ਸਾਹ ਜਿਹੜੇ ਹੈ, ਇਹ ਮੁੱਲ ਨਹੀਂ ਮਿਲਦੇ। ਉਹ ਪਰਮੇਸ਼ਰ ਨੇ ਕਿੱਡੀ ਦਾਤ ਬਖਸ਼ਿਸ਼ ਕੀਤੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਐਸਾ ਜੋ ਪ੍ਰਭੂ ਪਰਮਾਤਮਾ ਪਰਮੇਸ਼ਰ ਜੀ ਦੀਆਂ ਐਡੀਆਂ ਵੱਡੀਆਂ ਦਾਤਾਂ ਹਨ, ਹੇ ਮਨਾ, ਤੂੰ ਆਪਣੇ ਮਨ ਦੇ ਵਿੱਚੋਂ ਕਿਉਂ ਉਸ ਨੂੰ ਭੁਲਾ ਦਿੱਤਾ ਹੈ? ਮਨ ਮੁਖ ਮੈਲੀ ਡੁੰਮਣੀ ਭਾਈ, ਦਰਗਹਿ ਨਾਹੀ ਥਾਓ। ਸਤਿਗੁਰੂ ਜੀ ਕਹਿੰਦੇ, ਜਿਹੜਾ ਮਨਮੁਖ ਜੀਵ ਹੈ, ਉਹਦੀ ਮੱਤ ਜਿਹੜੀ ਹੈ ਉਹ ਮੈਲੀ ਹੁੰਦੀ ਹੈ। ਉਹਦੇ ਮਨ ਦੇ ਵਿੱਚ ਜਦੋਂ ਮਨ ਦੀ ਮੈਲ ਦੀ ਗੱਲ ਆਉਂਦੀ ਹੈ, ਅਤੇ ਮਨ ਦੇ 3 ਦੋਸ਼ ਮੰਨੇ ਹਨ।
ਇੱਕ ਹੈ ਮਨ ਦੀ ਮੈਲ ਹੈ, ਦੂਸਰੀ ਮਨ ਦੀ ਵਿਖੇਪਤਾ ਹੈ, ਤੀਸਰੀ ਮਨ ਦੀ ਅਵਰਨ ਹੈ। ਇੱਕ ਤੇ ਸਾਡਾ ਮਨ ਜਿਹੜਾ ਕਦੇ ਇਕਾਗਰ ਨਾ ਹੋਣਾ, ਇਹਨੂੰ ਚੰਚਲਤਾ ਕਹਿੰਦੇ ਆ, ਵਿਖੇਪਤਾ ਕਹਿੰਦੇ ਆ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਇਹ ਮਨ ਦੀ ਅਵਸਥਾ ਹੈ, ਮਨ ਦੀ ਚੰਚਲਤਾ ਹੈ ਕਿ ਸਰੀਰ ਆਪਣਾ ਕਿਤੇ ਹੈ ਤੇ ਮਨ ਜਿਹੜਾ ਉਹ ਕਿਸੇ ਹੋਰ ਥਾਂ 'ਤੇ ਹੋਰ ਮਨੁੱਖ ਦੇ ਨਾਲ ਗੱਲਾਂ ਕਰ ਰਿਹਾ। ਸਰੀਰ ਆਪਣਾ ਬੈਠਾ ਹੈ, ਮਨ ਜਿਹੜਾ ਉਹ ਕਿਸੇ ਹੋਰ ਥਾਂ 'ਤੇ ਜਾ ਕੇ ਹੋਰ ਬੰਦੇ ਦੇ ਨਾਲ ਕਲਪਨਕ ਦੁਨੀਆ ਦੇ ਅੰਦਰ ਗੱਲਾਂ ਬਾਤਾਂ ਕਰ ਰਿਹਾ। ਇਹ ਸਾਡੇ ਮਨ ਦੀ ਚੰਚਲਤਾ ਹੈ। ਦੂਸਰੀ ਹੈ ਮਨ ਦੀ ਅਵਰਨ। ਅਵਰਨ ਕਹਿੰਦੇ ਹਨ ਪਰਦੇ ਨੂੰ। ਜਿਵੇਂ ਕੋਈ ਚੀਜ਼ ਪਰਦੇ ਦੇ ਨਾਲ ਢੱਕ ਦਈਏ ਤੇ ਉਹਦਾ ਪਤਾ ਨਹੀਂ ਚੱਲਦਾ ਵੀ ਥੱਲੇ ਕੀ ਹੈ। ਇਸੇ ਤਰ੍ਹਾਂ ਹੀ ਸਾਡੇ ਮਨ ਦੇ ਉੱਤੇ ਜਦੋਂ ਪਰਦਾ ਪੈ ਜਾਂਦਾ ਅਵਿਦਿਆ ਦਾ, ਅਗਿਆਨਤਾ ਦਾ, ਫਿਰ ਇਹ ਮਨ ਜਿਹੜਾ ਜੋਤ ਸਰੂਪ ਹੈ ਉਹਦਾ ਪਤਾ ਨਹੀਂ ਚੱਲਦਾ। ਸਤਿਗੁਰੂ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਜਦੋਂ ਉਹਦੇ 'ਤੇ ਅਗਿਆਨ ਦਾ ਪਰਦਾ ਪੈ ਗਿਆ, ਫਿਰ ਇਹੀ ਮਨ ਜਿਹੜਾ ਉਹਨੂੰ ਸਮਝਦਾ ਹੀ ਨਹੀਂ ਵੀ ਤੂੰ ਜੋਤੀ ਸਰੂਪ ਹੈ, ਤੂੰ ਉਹ ਪ੍ਰਮਾਤਮਾ ਪਰਮੇਸ਼ਰ ਦਾ ਰੂਪ ਬਣ ਸਕਦਾ। ਇੱਧਰਲੇ ਪਾਸੇ ਨਹੀਂ ਜਾਂਦਾ, ਪਰਦਾ ਪੈ ਗਿਆ ਉੱਤੇ। ਇਸੇ ਪ੍ਰਕਾਰ ਹੀ ਫਿਰ ਤੀਸਰੀ ਮਨ ਦੀ ਹੈ ਮੈਲ, ਮਨ ਦੀ ਮਲੀਨਤਾ, ਕਿ ਮਨ ਜਿਹੜਾ ਨਾਮ ਵਾਲੇ ਪਾਸੇ ਨਾ ਆਉਣਾ, ਸੇਵਾ ਵਾਲੇ ਪਾਸੇ ਨਾ ਜੀ ਕਰਨਾ, ਗੁਰਦੁਆਰੇ ਆਉਣ ਨੂੰ ਨਾ ਜੀ ਕਰਨਾ, ਬਾਣੀ ਪੜ੍ਹਨ ਸੁਣਨ ਨੂੰ ਨਾ ਜੀ ਕਰਨਾ, ਇਹ ਲੱਛਣ ਹਨ ਮਨ ਦੀ ਮੈਲ ਦੇ। ਸਤਿਗੁਰੂ ਜੀ ਕਹਿੰਦੇ ਜਿਹੜਾ ਮਨਮੁਖ ਜੀਵ ਹੈ ਉਹਦੇ ਅੰਦਰ ਇਹ ਮੈਲੀ ਤੇ ਡੁੰਮਣੀ, ਡੁੰਮਣੀ ਦਾ ਭਾਵ ਹੈ ਦੁਬਿਧਾ, ਜਿਹਦੀਆਂ ਦੋ ਮਨਾਂ ਹੋ ਜਾਣ, ਦੋ ਵਿਧਾਂ ਬਣ ਜਾਣ, ਐਸੇ ਮਨ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਦੁਬਿਧਾ ਪੈ ਜਾਂਦੀ ਹੈ। ਦਰਗਹ ਨਾਹੀ ਥਾਓ, ਫਿਰ ਉਹ ਪ੍ਰਭੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਥਾਂ ਨਹੀਂ ਪ੍ਰਾਪਤ ਕਰਦਾ। ਜਿਸ ਦਰਗਾਹ ਦੇ ਅੰਦਰ ਜਾ ਕੇ ਸਾਡੇ ਮੁਖ ਉਜਲੇ ਹੋਣੇ ਸੀ, ਉੱਥੇ ਇਹ ਪਹੁੰਚਦਾ ਹੀ ਨਹੀਂ। ਜਿਹੜਾ ਸਾਡਾ ਅਸਲੀ ਟਿਕਾਣਾ ਸੀ ਉੱਥੋਂ ਤੱਕ ਇਹਦੀ ਪਹੁੰਚ ਜਾਂਦੀ ਹੀ ਨਹੀਂ, ਪਿੱਛੇ ਹੀ ਰਹਿ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਦਰਗਾਹ ਦੇ ਅੰਦਰ ਐਸੇ ਮਨ ਨੂੰ ਥਾਂ ਨਹੀਂ ਪ੍ਰਾਪਤ ਹੁੰਦੀ। ਗੁਰਮੁਖ ਹੋਵੈ ਤਾ ਗੁਣ ਰਵੈ ਭਾਈ, ਮਿਲ ਪ੍ਰੀਤਮ ਸਾਚ ਸਮਾਉ। ਸਤਿਗੁਰੂ ਜੀ ਕਹਿੰਦੇ ਜੇ ਗੁਰਮੁਖ ਹੋ ਜਾਏ, ਜੇ ਇਹੀ ਮਨ ਜਿਹੜਾ, ਮਨ ਨੂੰ ਮਨਮੁਖ ਕਿਉਂ ਕਹਿੰਦੇ ਆ ਕਿ ਮਨ ਦੇ ਮਗਰ ਚੱਲਦਾ ਜੀਵ, ਜਿੰਨਾ ਚਿਰ ਮਨ ਦੇ ਮੁਖੀ ਬਣਾ ਕੇ ਚੱਲ ਰਿਹਾ ਉਹ ਮਨਮੁਖ ਹੈ, ਤੇ ਜਦੋਂ ਗੁਰੂ ਨੂੰ ਮੁੱਖ ਬਣਾ ਕੇ ਚੱਲਣ ਲੱਗ ਜਾਏ ਫਿਰ ਗੁਰਮੁਖ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਗੁਰਮੁਖ ਹੋਵੇ, ਗੁਰਮੁਖ ਹੋ ਕੇ ਤਾਂ ਗੁਣ ਰਵੈ, ਫਿਰ ਉਹ ਪ੍ਰਭੂ ਪਰਮੇਸ਼ਰ ਦੇ ਗੁਣਾਂ ਨੂੰ ਜਦੋਂ ਗਾਉਂਦਾ, ਉਚਾਰਨ ਕਰਦਾ ਹੈ, ਮਿਲ ਪ੍ਰੀਤਮ ਸਾਚ ਸਮਾਓ, ਫਿਰ ਉਹ ਸੱਚਾ ਪ੍ਰੀਤਮ ਪਿਆਰਾ ਪ੍ਰਭੂ ਪਰਮੇਸ਼ਰ ਨੂੰ ਪ੍ਰਾਪਤ ਹੁੰਦਾ, ਉਹਦੇ ਵਿੱਚ ਸਮਾ ਜਾਂਦਾ, ਮਿਲ ਜਾਂਦਾ ਹੈ। ਏਤ ਜਨਮ ਹਰ ਨਾ ਚੇਤਿਓ ਭਾਈ, ਕਿਆ ਮੋਹ ਦੇਸੀ ਜਾਏ। ਸਤਿਗੁਰੂ ਜੀ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਬਚਨ ਕਰਦੇ ਹਨ ਕਿ ਇਹ ਜੀਵ ਏਤ ਜਨਮ, ਇਹ ਜਿਹੜਾ ਤੈਨੂੰ ਜਨਮ ਮਿਲਿਆ ਹੋਇਆ, ਹਰ ਨਾ ਚੇਤਿਓ, ਤੂੰ ਇਸ ਜਨਮ ਦੇ ਨਾਲ ਹਰੀ ਪ੍ਰਭੂ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕੀਤਾ, ਉਹਦਾ ਨਾਮ ਸਿਮਰਨ ਆਪਣੇ ਜੀਵਨ ਦੇ ਅੰਦਰ ਅਰਾਧਿਆ ਹੀ ਨਹੀਂ। ਜਿਸ ਕੰਮ ਵਾਸਤੇ ਇਹ ਸਰੀਰ ਮਿਲਿਆ ਸੀ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗੈ ਡਾਰ। ਸਤਿਗੁਰੂ ਜੀ ਕਹਿੰਦੇ ਇਸ ਜਨਮ ਨੂੰ ਧਾਰਨ ਕਰਕੇ ਤੂੰ ਹਰੀ ਪਰਮੇਸ਼ਰ ਦਾ ਚਿੰਤਨ ਨਹੀਂ ਕੀਤਾ, ਕਿਆ ਮੋਹ ਦੇਸੀ ਜਾਏ, ਫਿਰ ਆਪਣਾ ਮੁੱਖ ਜਿਹੜਾ ਕਿਹੜਾ ਅੱਗੇ ਪ੍ਰਲੋਕ ਦੇ ਅੰਦਰ ਜਾ ਕੇ ਦਿਖਾਏਗਾ। ਕਿੜੀ ਪਵੰਦੀ ਮੁਹਾਏ ਓਣ ਭਾਈ, ਵਿਖਿਆ ਨੋ ਲੋਭਾਏ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਕਿੜੀ ਪਵੰਦੀ। ਕਿੜੀ ਪਵੰਦੀ ਕਹਿੰਦੇ ਹਨ ਕਿ ਉੱਚੀ ਆਵਾਜ਼ ਦੇ ਨਾਲ ਕੋਈ ਪੁਕਾਰ ਪੁਕਾਰ ਕੇ ਕਵੇ,
ਜਿਵੇਂ ਭਗਤ ਫਰੀਦ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਹਨ, ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ। ਭਗਤ ਫਰੀਦ ਸਾਹਿਬ ਜੀ ਕਹਿੰਦੇ ਕਿ ਐ ਭੋਲਿਆ ਮਨਾ, ਕਿੰਨੀਆਂ ਆਵਾਜ਼ਾਂ ਪੈ ਰਹੀਆਂ, ਕਿੰਨੇ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਰੱਬ ਦੇ ਪਿਆਰੇ ਸੰਤ ਭਗਤ ਉੱਚੀ ਉੱਚੀ ਕਹਿ ਰਹੇ ਹੈ ਕਿ ਇੱਧਰਲੇ ਪਾਸੇ ਨਾ ਜਾ, ਇੱਧਰਲੇ ਪਾਸੇ ਤੈਨੂੰ ਠੱਗਿਆ ਜਾਏਗਾ, ਤੇਰਾ ਜੀਵਨ ਤਬਾਹ ਹੋ ਜਾਏਗਾ, ਪਰ ਤੂੰ ਨਹੀਂ ਸੁਣਦਾ ਤੇ ਤੂੰ ਉੱਥੇ ਹੀ ਖੜਾ ਹੈ, ਉੱਥੇ ਹੀ ਉਹ ਸੰਸਾਰੀ ਸੁੱਖਾਂ ਦੇ ਅੰਦਰ ਹੀ ਤੂੰ ਆਪਣੀ ਬਿਰਤੀ ਨੂੰ ਰੋਕ ਕੇ ਰੱਖਿਆ। ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ, ਵਿਖਿਆ ਨੋ ਲੋਭਾਏ। ਜਿਹੜੀ ਵਿਖਿਆ ਜ਼ਹਿਰ ਰੂਪ ਮਾਇਆ ਹੈ, ਇਹਦੇ ਸੁੱਖ ਦੇ ਵਿੱਚ ਲੁਭਾਏਮਾਨ ਹੋ ਕੇ, ਇਹਦੇ ਅਧੀਨ ਹੋ ਕੇ ਤੂੰ ਮੁਹਾਏ ਹੋਣ। ਮੁਹਾਏ ਹੋਣ ਦਾ ਅਰਥ ਹੁੰਦਾ ਠੱਗਿਆ ਜਾਣਾ, ਤੂੰ ਠੱਗਿਆ ਜਾ ਰਿਹਾ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ ਕਿ 5 ਠੱਗ ਹਨ, ਮਾਲ ਰੂਪ ਜਾਤ ਧਨ ਜੋਬਨ 5 ਠੱਗ। ਇੰਨੀ ਠੱਗੀ ਜੱਗ ਠੱਗਿਆ ਕਿਨੈ ਨਾ ਰੱਖੀ ਲੱਜ। ਸਤਿਗੁਰੂ ਜੀ ਕਹਿੰਦੇ ਇਹ ਮਾਇਆ, ਇਸੇ ਪ੍ਰਕਾਰ ਰੂਪ, ਇਸੇ ਪ੍ਰਕਾਰ ਜਵਾਨੀ, ਇਹ ਜਿੰਨੇ ਠੱਗ ਹਨ ਇਹਨਾਂ ਨੇ ਤੈਨੂੰ ਠੱਗ ਲੈਣਾ। ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ। ਇੱਕ ਤੇ ਉਹ ਲੋਕ ਹਨ ਜਿਨ੍ਹਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਠੱਗ ਲੈਂਦੇ, ਦੂਸਰੇ ਉਹ ਗੁਰਮੁਖ ਹਨ ਜਿਹੜੇ ਇਹਨਾਂ ਨੂੰ ਵੀ ਠੱਗ ਲੈਂਦੇ। ਇਹਨਾਂ ਠੱਗਣ ਠੱਗ ਸੇ, ਜਿਹੜੇ ਕਾਮ ਕ੍ਰੋਧ ਨੂੰ ਵੀ ਠੱਗ ਲੈਂਦੇ ਆ, ਸਤਿਗੁਰੂ ਜੀ ਕਹਿੰਦੇ ਉਹ ਸੰਤ ਭਗਤ ਅਸਲੀ ਠੱਗ ਹੁੰਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਧਾਰਮਿਕ ਗ੍ਰੰਥ, ਸਤਿਗੁਰਾਂ ਦੀ ਪਾਵਨ ਬਾਣੀ ਉਪਦੇਸ਼ ਥਾਂ ਥਾਂ 'ਤੇ ਬਖਸ਼ਿਸ਼ ਕਰ ਰਹੀ ਹੈ ਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿੰਨੇ ਔਗਣ ਹਨ ਤੇਰੇ ਜੀਵਨ ਨੂੰ ਬਰਬਾਦ ਕਰਨਗੇ, ਤੇਰੇ ਮਨ ਦੀ ਜਿਹੜੀ ਅਵਸਥਾ ਉਹਨੂੰ ਵਿਗਾੜਨਗੇ। ਪਰ ਫਿਰ ਵੀ ਤੂੰ ਉੱਧਰਲੇ ਪਾਸਿਓਂ ਬਾਜ ਨਹੀਂ ਆਉਂਦਾ ਹੈ। ਨਾਮ ਸਮਲ ਹੈ ਸੁਖ ਵਸਹਿ ਭਾਈ, ਸਦਾ ਸੁਖ ਸ਼ਾਂਤ ਸਰੀਰ। ਸਤਿਗੁਰੂ ਜੀ ਕਹਿੰਦੇ ਹੇ ਭਾਈ, ਹੇ ਭਰਾਵਾ, ਜੀਵਨ ਦੀ ਸਫਲਤਾ ਵਾਸਤੇ ਨਾਮ ਸਮਲ ਹੈ, ਨਾਮ ਦੀ ਸੰਭਾਲ ਕਰ। ਆਪਣੇ ਹਰੇਕ ਸਵਾਸ ਦੇ ਨਾਲ ਆਪਣੇ ਪਰਮੇਸ਼ਰ ਦੇ ਨਾਮ ਨੂੰ ਜਪਣ ਦਾ ਅਭਿਆਸ ਬਣਾ। ਨਾਮ ਦੀ ਸੰਭਾਲ ਕਰਕੇ ਸੁਖ ਵਸ ਹੈ, ਫਿਰ ਤੂੰ ਸੁਖ ਸਰੂਪ ਦੇ ਵਿੱਚ ਵਸ ਜਾਏਗਾ। ਸਦਾ ਸੁਖ ਸ਼ਾਂਤ ਸਰੀਰ, ਸਰੀਰ ਨੂੰ ਸਦਾ ਵਾਸਤੇ ਸ਼ਾਂਤੀ ਤੇ ਸੁਖ ਦੀ ਪ੍ਰਾਪਤੀ ਹੋਏਗੀ। ਅਜੋਕੇ ਸਮੇਂ ਅੰਦਰ ਬਹੁਤਾਤ ਅਰਦਾਸਾਂ ਸੁਖ ਸ਼ਾਂਤੀ ਦੀਆਂ ਹਨ ਕਿ ਜੀ ਸਾਡੇ ਘਰ ਦੇ ਅੰਦਰ ਸੁਖ ਸ਼ਾਂਤੀ ਆਵੇ। ਇੱਕ ਤੇ ਇਹ ਤਰੀਕਾ ਹੈ ਕਿ ਗੁਰੂ ਕੀ ਪਾਵਨ ਗੁਰਬਾਣੀ ਦਾ ਆਪਾਂ ਪਾਠ ਕਰਾਉਣੇ ਆ, ਅਰਦਾਸ ਕਰਾਉਣੇ ਆ, ਸੁਖ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਦੂਸਰੇ ਬੰਨੇ ਐਸੇ ਵੀ ਗੁਰੂ ਕੇ ਸਿੱਖ ਹਨ ਕਿ ਉਹ ਆਪ ਵੀ ਬਾਣੀ ਪੜ੍ਹ ਕੇ ਘਰਾਂ ਦੇ ਅੰਦਰ ਨਾਮ ਜਪ ਕੇ ਸਵੇਰੇ ਸ਼ਾਮ ਉਹ ਆਤਮਿਕ ਸੁਖ ਸ਼ਾਂਤੀ ਵੀ ਪ੍ਰਾਪਤ ਕਰਦੇ। ਜਦੋਂ ਆਪਾਂ ਹਰ ਰੋਜ਼ ਘਰਾਂ ਦੇ ਅੰਦਰ ਸ਼ਾਮ ਸਵੇਰੇ ਬਾਣੀ ਦਾ ਪਹਿਰਾ ਲੱਗ ਜਾਏਗਾ, ਅੰਮ੍ਰਿਤ ਵੇਲੇ ਉੱਠ ਕੇ ਸ਼ਾਮਾਂ ਦੇ ਸਮੇਂ ਘਰ ਦੇ ਜੀ ਆਪਣੇ ਬਾਣੀ ਪੜ੍ਹਨਗੇ ਤੇ ਫਿਰ ਘਰ ਦੇ ਅੰਦਰ ਸੁਖ ਸ਼ਾਂਤੀ ਆਪੇ ਆ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਹਨ ਸਦਾ ਸੁਖ ਸ਼ਾਂਤ ਸਰੀਰ। ਸਦਾ ਸੁਖ ਜਿਹੜਾ ਹੈ ਸਾਡੇ ਮਨ ਨੂੰ ਉਹ ਪ੍ਰਾਪਤ ਹੁੰਦਾ ਤੇ ਸ਼ਾਂਤੀ ਜਿਹੜੀ ਹੈ, ਧੀਰਜ ਜਿਹੜਾ, ਟਿਕਾ ਜਿਹੜਾ, ਉਹ ਵੀ ਸਾਡੇ ਸਰੀਰ ਨੂੰ ਮਿਲ ਜਾਂਦਾ ਹੈ। ਨਾਨਕ ਨਾਮ ਸੰਭਾਲ ਤੂੰ ਭਾਈ, ਅਪਰੰਪਰ ਗੁਣੀ ਗਹੀਰ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਬਚਨ ਕਰਦੇ ਹਨ। ਇਸ ਕਰਕੇ ਹੇ ਭਾਈ ਨਾਮ ਸੰਭਾਲ ਤੂੰ, ਨਾਮ ਨੂੰ ਸੰਭਾਲ। ਨਾਮ ਨੂੰ ਸੰਭਾਲਣਾ ਕੀ ਹੈ ਕਿ ਪਰਮੇਸ਼ਰ ਦੇ ਨਾਮ ਨੂੰ ਆਪਾਂ ਆਪਣੇ ਮਨ ਦੁਆਰਾ ਅੱਠੇ ਪਹਿਰ ਜਪਣ ਦਾ ਅਭਿਆਸ ਬਣਾਉਣਾ। ਇਹ ਹੈ ਨਾਮ ਦੀ ਸੰਭਾਲ ਕਰਨੀ। ਜਿਹੜੀ ਚੀਜ਼ ਬਹੁਤੀ ਅਮੋਲਕ ਹੋਵੇ, ਜਿਹਦਾ ਮੁੱਲ ਕੋਈ ਨਾ ਹੋਵੇ, ਜਿਵੇਂ ਆਪਾਂ ਉਹਦੀ ਸੰਭਾਲ ਕਰਦੇ ਹਾਂ। ਕਿਸੇ ਦੇ ਕੋਲੇ ਸੋਨਾ ਹੈ, ਕਿਸੇ ਦੇ ਕੋਲੇ ਕੋਈ ਕੀਮਤੀ ਹੀਰੇ ਮੋਤੀ ਹੈ, ਕਿਵੇਂ ਉਹਦੀ ਉਹ ਸੰਭਾਲ ਕਰਦਾ, ਉਹਨੂੰ ਸਾਂਭ ਕੇ ਰੱਖਦਾ, ਬੜੇ ਜਿੰਦਰਿਆਂ ਦੇ ਹੇਠਾਂ ਰੱਖਦਾ। ਇਸੇ ਪ੍ਰਕਾਰ ਹੀ ਨਾਮ ਉਹ ਦਾਤ ਹੈ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਇਹਦੀ ਕੋਈ ਕੀਮਤ ਹੀ ਨਹੀਂ ਨਾਮ ਦੀ।
ਜਿਸ ਨਾਮ ਦੀ ਕੋਈ ਕੀਮਤ ਹੀ ਨਹੀਂ ਹੈ, ਇਹਦੀ ਸੰਭਾਲ ਜਦੋਂ ਆਪਾਂ ਕਰਨ ਲੱਗ ਪਏ, ਇਹਨੂੰ ਜਪਣ ਲੱਗ ਪਏ, ਆਪਣੇ ਜੀਵਨ ਦੇ ਅੰਦਰ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਜਿੱਥੇ ਸਾਡੇ ਕੋਈ ਮਨੁੱਖ ਬੈਠਾ ਹੈ, ਉਹਦੇ ਕੋਲੇ ਕੋਈ ਨਹੀਂ, ਗੱਲਬਾਤ ਕਿਸੇ ਦੇ ਨਾਲ ਨਹੀਂ ਕਰ ਰਿਹਾ, ਅਤੇ ਉਹ ਆਪਣੇ ਮਨ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਲਿਆ ਰਿਹਾ, ਕਿਸੇ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ, ਫੁਰਨਿਆਂ ਦੇ ਅੰਦਰ ਉਹਦਾ ਮਨ ਤੁਰਿਆ ਫਿਰਦਾ। ਸਤਿਗੁਰੂ ਜੀ ਕਹਿੰਦੇ ਉਹ ਫੁਰਨੇ, ਉਹ ਵਿਚਾਰਾਂ, ਉਹ ਗੱਲਾਂ ਬਾਤਾਂ, ਉਹਨਾਂ ਦਾ ਰੂਪ ਬਦਲ ਕੇ ਨਾਮ ਹੋ ਜਾਏ, ਕਿ ਜਦੋਂ ਇਕੱਲਾ ਵੀ ਬੈਠਾ ਅਤੇ ਚਿੰਤਨ ਦੇ ਅੰਦਰ ਵੀ ਮਨ ਜਿਹੜਾ ਨਾਮ ਨੂੰ ਚੇਤੇ ਕਰੇ, ਅੰਦਰੋਂ ਅੰਦਰੀ ਨਾਮ ਜਿਹੜਾ ਉਹ ਫੁੱਟੇ। ਅਤੇ ਸਤਿਗੁਰੂ ਜੀ ਕਹਿੰਦੇ ਉਹ ਅਸਲੀ ਨਾਮ ਦੀ ਸੰਭਾਲ ਹੈ। ਜਿਹੜਾ ਇੱਦਾਂ ਨਾਮ ਦੀ ਸੰਭਾਲ ਕਰੇਗਾ, ਅਪਰੰਪਰ ਗੁਣੀ ਗਹੀਰ। ਸਤਿਗੁਰੂ ਜੀ ਕਹਿੰਦੇ ਇਹ ਸ੍ਰਿਸ਼ਟੀ ਦੇ ਪਾਰਾਵਾਰ ਤੋਂ ਪਰੇ ਜੋ ਪ੍ਰਭੂ ਪਰਮੇਸ਼ਰ ਗੁਣੀ ਗਹੀਰ, ਗੁਣਾਂ ਦਾ ਕਹੀਏ ਗਹੀਰ ਡੂੰਘਾ ਸਮੁੰਦਰ ਦੀ ਨਿਆਈ ਹੈ। ਜਿਵੇਂ ਸਮੁੰਦਰ ਦੇ ਵਿੱਚੋਂ ਬੇਅੰਤ ਚੀਜ਼ਾਂ ਨਿਕਲਦੀਆਂ, ਹੀਰੇ ਮੋਤੀ ਜਵਾਹਰਾਤ ਨਿਕਲਦੇ, ਇਸੇ ਪ੍ਰਕਾਰ ਹੀ ਪ੍ਰਭੂ ਪਰਮੇਸ਼ਰ ਦੇ ਵਿੱਚੋਂ ਗੁਣ ਆਉਂਦੇ ਹੈ। ਜਿੰਨੇ ਗੁਣ ਹਨ ਸਾਨੂੰ ਪ੍ਰਭੂ ਤੋਂ ਪ੍ਰਾਪਤ ਹੁੰਦੇ ਹੈ। ਸਭ ਗੁਣ ਕਿਸ ਹੀ ਨਾਹੀਂ ਹਰ ਪੂਰ ਭੰਡਾਰੀ ਆ। ਸਾਰੇ ਗੁਣ ਉਹ ਪ੍ਰਭੂ ਪਰਮੇਸ਼ਰ ਦੇ ਵਿੱਚ ਹੀ ਹੈ, ਉਹੀ ਸਾਨੂੰ ਬਖਸ਼ਣ ਵਾਲਾ। ਜਿਹੜਾ ਨਾਮ ਦੀ ਸੰਭਾਲ ਕਰਨ ਲੱਗ ਗਿਆ, ਉਹ ਸਤਿਗੁਰੂ ਜੀ ਕਹਿੰਦੇ ਐਸੇ ਗੁਣਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹ ਆਪਣੇ ਜੀਵਨ ਦੇ ਅੰਦਰ ਸ਼ਾਂਤੀ ਸੁੱਖ ਜਿਹੜਾ ਇਹਨੂੰ ਪ੍ਰਾਪਤ ਕਰ ਲੈਂਦਾ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਸਾਨੂੰ ਇਹ ਸੁੰਦਰ ਵਿਚਾਰਾਂ ਦੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਆਪਾਂ ਰਲ ਮਿਲ ਕੇ ਪੜ੍ਹਿਆ ਵਿਚਾਰਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪੜ੍ਹੀਆਂ ਸੁਣੀਆਂ ਵਿਚਾਰਾਂ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ। ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਦੇ ਅੰਦਰ ਪਹੁੰਚੀਆਂ ਹਨ, ਸਭ ਦਾ ਹਾਰਦਿਕ ਧੰਨਵਾਦ, ਕੋਟਨ ਕੋਟ ਧੰਨਵਾਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਦਿਨ ਇਹ ਪ੍ਰੋਗਰਾਮ ਬਣਿਆ ਹੈ, ਵੱਧ ਚੜ੍ਹ ਕੇ ਭਾਈ ਪਹੁੰਚ ਕੇ ਗੁਰੂ ਕੀ ਪਾਵਨ ਬਾਣੀ ਦੀਆਂ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ। ਇਹ ਸਾਡਾ ਅਸਲੀ ਧਨ ਹੈ। ਜਿਨੇ ਕਥਾ ਕੀਰਤਨ ਸੁਖਦਾਈ, ਸਤਿਗੁਰਾਂ ਨੇ ਚੀਜ਼ਾਂ ਦੱਸੀਆਂ, ਕਥਾ ਅਤੇ ਕੀਰਤਨ ਸੁਖਦਾਈ। ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਕੀ ਸਾਧ ਸੰਗਤ ਕੀਤੀ ਹੈ, ਅਤੇ ਸਾਧ ਸੰਗਤ ਦੇ ਵਿੱਚੋਂ ਸਾਨੂੰ ਇਹ ਸਭ ਚੀਜ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਅੱਗੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਪ੍ਰਾਰੰਭ ਹੁੰਦੀ ਹੈ। ਕੱਲ੍ਹ ਨੂੰ ਆਪਾਂ ਉਹਦੀ ਵਿਚਾਰ ਅੱਗੇ ਪ੍ਰਾਰੰਭ ਕਰਾਂਗੇ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਨਾਮ ਸੰਭਾਲਹਿ ਸੁਖ ਵਸਹਿ ਭਾਈ, ਸਦਾ ਸੁਖ ਸ਼ਾਂਤ ਸਰੀਰ। ਨਾਨਕ ਨਾਮ ਸੰਭਾਲ ਤੂੰ ਭਾਈ, ਅਪਰੰਪਰ ਗੁਣੀ ਗਹੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ।
ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ